सत श्री अकाल जी सारिਆਂ ਨੂੰ। मैं धर्मपाल सिंह हिसाब मास्टर गवर्नमेंट हाई स्कूल पतारा। विद्यार्थियों ਅੱਜ ਅਸੀਂ क्लास 9ਵੀਂ ਦਾ 7ਵਾਂ अध्याय त्रिभुजां ਦੇ ਬਾਰੇ जो है वो चर्चा करांगे। इस तो पहले ਲੈਕਚਰਸ ਦੇ ਵਿੱਚ ਵਿਦਿਆਰਥੀਓ ਅਸੀਂ त्रिभुजां ਦੀਆਂ ਕਿਸਮਾਂ ਦੇ ਬਾਰੇ ਜਾਣਿਆ ਕਿ त्रिभुजां ਕੀ ਹੁੰਦੀਆਂ ਹਨ। त्रिभुज ਦੀ ਡੈਫੀਨੇਸ਼ਨ ਦੇਖੀ ਆਪਾਂ ਕਿ त्रिभुज ਦੀ ਪਰਿਭਾਸ਼ਾ ਕੀ ਹੁੰਦੀ ਹੈ। फिर आप त्रिभुज ਦੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। फिर त्रिभुजां ਦੇ ਗੁਣਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ। ਉਸ ਤੋਂ ਬਾਅਦ ਅਸੀਂ ਸਰਬੰਗ ਸਮਤਾ ਦੇ ਨਿਯਮ ਕੀਤੇ। ठीक है जी, ਸਰਬੰਗ ਸਮਤਾ ਦੇ ਨਿਯਮਾਂ ਦੇ ਵਿੱਚ ਵਿਦਿਆਰਥੀਓ ਅਸੀਂ ਕਈ ਤਰ੍ਹਾਂ ਦੇ ਨਿਯਮ ਜਿਹੜੇ ਹੈਗੇ ਨੇ ਉਹ ਦੇਖੇ ਨੇ। ਕਿਹੜੇ ਕਿਹੜੇ ਨਿਯਮ ਦੇਖੇ ਸੀਗੇ? ਪਹਿਲਾ ਨਿਯਮ ਸੀ ਵਿਦਿਆਰਥੀਓ ਸਾਡਾ SSS ਭਾਵ ਭੁਜਾ ਭੁਜਾ ਭੁਜਾ। ਇਹ ਅਸੀਂ ਤੀਸਰੇ ਨੰਬਰ ਤੇ ਨਿਯਮ ਵਿਦਿਆਰਥੀਓ ਕੀਤਾ ਸੀਗਾ ਕਿ ਜੇਕਰ ਇੱਕ त्रिभुज ਦੀਆਂ ਤਿੰਨੋਂ ਭੁਜਾਵਾਂ ਦੂਜੀ त्रिभुज ਦੇ ਤਿੰਨੋਂ ਭੁਜਾਵਾਂ ਦੇ ਬਰਾਬਰ ਹੋਣ, ਸੰਗਤ ਭੁਜਾਵਾਂ ਬਰਾਬਰ ਹੋਣ ਆਪਸ ਦੇ ਵਿੱਚ, ਤਾਂ ਉਹ ਜਿਹੜੀਆਂ ਦੋਵੇਂ त्रिभुजां ਆਪਸ ਦੇ ਵਿੱਚ ਕੀ ਹੁੰਦੀਆਂ? ਸਰਬੰਗ ਸਮ ਹੁੰਦੀਆਂ। ਇਹ ਤੀਸਰਾ ਗੁਣ ਸੀ ਸਾਡਾ। ਉਸ ਤੋਂ ਪਹਿਲਾਂ ਅਸੀਂ ਜਿਹੜਾ ਗੁਣ ਕੀਤਾ ਸੀਗਾ ਉਹ ਸੀਗਾ ਵਿਦਿਆਰਥੀਓ ASA ਭਾਵ ਕੋਣ ਭੁਜਾ ਕੋਣ। ਇਹ ਵਿਦਿਆਰਥੀਓ ਸਾਡੇ ਕੋਲ ਜਿਹੜਾ ਗੁਣ ਸੀ ਇਹਦੇ ਵਿੱਚ ਅਸੀਂ ਇਹ ਚੀਜ਼ ਦੇਖੀ ਸੀ ਕਿ ਜੇਕਰ ਦੋ त्रिभुजां ਦੇ ਵਿੱਚ ਇੱਕ ਭੁਜਾ ਤੇ ਉਸ ਭੁਜਾ ਦੇ ਨਾਲ ਲੱਗਦੇ ਹੋਏ ਦੋ ਕੋਣ दूसरी त्रिभुज ਦੀ ਸੰਗਤ ਭੁਜਾ ਤੇ ਉਹਦੇ ਨਾਲ ਲੱਗਦੇ ਹੋਏ ਦੋ ਕੋਣਾਂ ਦੇ ਬਰਾਬਰ ਹੋਣ ਤਾਂ ਉਹ ਦੋਵੇਂ त्रिभुजां ਵੀ ਆਪਸ ਦੇ ਵਿੱਚ ਸਰਬੰਗ ਸਮ ਹੁੰਦੀਆਂ ਹਨ। ਇਸੇ ਤਰੀਕੇ ਨਾਲ ਅਸੀਂ ਇੱਕ ਗੁਣ ਦੇਖਿਆ ਸੀਗਾ ਜਿਹਦੇ ਵਿੱਚ ਆਪਾਂ SAS ਦੀ ਗੱਲ ਕੀਤੀ ਸੀਗੀ। ਉਹਦੇ ਵਿੱਚ ਵੀ ਅਸੀਂ ਇਹ ਚੀਜ਼ ਦੇਖੀ ਸੀ ਕਿ ਦੋ ਭੁਜਾਵਾਂ ਤੇ ਉਹਨਾਂ ਦੋਵਾਂ ਭੁਜਾਵਾਂ ਦੇ ਵਿਚਕਾਰਲਾ ਕੋਣ ਜੇਕਰ ਬਰਾਬਰ ਹੁੰਦਾ ਹੈ ਦੋ त्रिभुजां ਦੇ ਤਾਂ ਉਹ ਵੀ ਦੋਵੇਂ त्रिभुजां ਆਪਸ ਦੇ ਵਿੱਚ ਕੀ ਹੁੰਦੀਆਂ ਹਨ? ਸਰਬੰਗ ਸਮ ਹੁੰਦੀਆਂ ਹਨ। ਸੋ ਵਿਦਿਆਰਥੀਓ ਇਸ ਤੋਂ ਇਲਾਵਾ ਆਪਾਂ ਇੱਕ RHS ਦਾ ਰੂਲ ਕੀਤਾ ਸੀਗਾ ਸਮਕੋਣਾ ਤ੍ਰਿਕੋਣਾਂ ਵਾਸਤੇ। ਇਹ ਸਾਰੇ ਗੁਣ ਅਸੀਂ ਜਿਹੜੇ ਸੀਗੇ ਉਹ ਕੀਤੇ ਸੀਗੇ। ਇਹ ਸਾਰੇ ਗੁਣ ਕਰਨ ਦੇ ਲਈ ਅਸੀਂ ਕਈ ਕਿਰਿਆਵਾਂ ਜਿਹੜੀਆਂ ਉਹ ਦੇਖੀਆਂ ਸੀਗੀਆਂ। ਜਿਵੇਂ ਸਰਬੰਗ ਸਮਤਾ ਦੇ ਵਿੱਚ ਅਸੀਂ ਇਹ ਕਿਹਾ ਸੀ ਜੇਕਰ ਇੱਕ त्रिभुज ਨੂੰ ਕੱਟ ਲਈਏ ਦੂਸਰੀ त्रिभुज ਦੇ ਉੱਪਰ ਰੱਖੀਏ ਤਾਂ ਉਹ ਜੇਕਰ ਪੂਰੀ ਇੱਕ ਦੂਜੇ ਨੂੰ ਢੱਕਦੀ ਹੋਵੇ ਤਾਂ ਉਹ ਆਪਸ ਦੇ ਵਿੱਚ ਦੋਵੇਂ त्रिभुजां ਕੀ ਹੁੰਦੀਆਂ ਹਨ? ਸਰਬੰਗ ਸਮ ਹੁੰਦੀਆਂ ਹਨ। ਫਿਰ ਅਸੀਂ ਇਹ ਗੱਲ ਕਹੀ ਸੀ ਕਿ ਇਹ ਜ਼ਰੂਰੀ ਨਹੀਂ ਆ ਕਿ ਬਈ ਹਰ ਵਾਰ ਸਾਨੂੰ ਦੋ त्रिभुजां ਦਿੱਤੀਆਂ ਹੁਣ ਆਪਾਂ ਉਹਨਾਂ ਨੂੰ ਕੱਟ ਕੇ ਹੀ ਇਦਾਂ ਕਰੀਏ। ਠੀਕ ਹੈ ਜੀ। ਫਿਰ ਆਪਾਂ ਇਹ ਕਹਿ ਸਕਦੇ ਕਿ ਹਿਸਾਬ ਦੇ ਵਿੱਚ ਮੈਥਮੈਟਿਕਸ ਦੇ ਵਿੱਚ ਕੀ ਅਜਿਹੇ ਕੋਈ ਗੁਣ ਕੋਈ ਅਜਿਹੀਆਂ ਪ੍ਰੋਪਰਟੀਆਂ ਕੋਈ ਅਜਿਹੀਆਂ ਥਿਊਰਮਾਂ ਹੁੰਦੀਆਂ ਹਨ ਜਿਨ੍ਹਾਂ ਦੇ ਬੇਸ ਤੇ ਅਸੀਂ ਇਹ ਕਹਿ ਸਕੀਏ ਕਿ ਦੋ त्रिभुजां ਜਿਹੜੀਆਂ ਹਨ ਉਹ ਸਰਬੰਗ ਸਮ ਹੁੰਦੀਆਂ ਹਨ। ਉਸ ਤੋਂ ਬਾਅਦ ਅਸੀਂ ਇਹ ਗੁਣ ਕੀਤੇ ਸੀਗੇ। ਆਓ ਵਿਦਿਆਰਥੀਓ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ त्रिभुजां ਦੀਆਂ ਕੁਝ ਹੋਰ ਸਮਾਨਤਾਵਾਂ ਜਿਹੜੀਆਂ ਹੈਗੀਆਂ ਹਨ ਉਹਨਾਂ ਦੇ ਬਾਰੇ ਚਰਚਾ ਕਰਦੇ ਹਾਂ ਤੇ त्रिभुजां ਦੇ ਕੁਝ ਹੋਰ ਗੁਣ ਜਿਹੜੇ ਹੈਗੇ ਆ ਉਹਨਾਂ ਨੂੰ ਜਾਂਚਦੇ ਹਾਂ। ਵਿਦਿਆਰਥੀਓ ਅੱਜ ਦਾ ਜਿਹੜਾ ਲੈਕਚਰ ਹੈ ਸਾਡਾ ਉਹ ਅਸੀਂ ਲੈ ਕੇ ਚੱਲਦੇ ਹਾਂ त्रिभुजां ਵਿੱਚ ਅਸਮਾਨਤਾਵਾਂ। ਪਹਿਲਾ ਹੈ ਵਿਦਿਆਰਥੀਓ त्रिभुजां ਵਿੱਚ ਅਸਮਾਨਤਾਵਾਂ। ਅਸਮਾਨਤਾਵਾਂ त्रिभुजां ਦੇ ਵਿੱਚ ਵਿਦਿਆਰਥੀਓ ਅਸਮਾਨਤਾਵਾਂ ਕੀ ਹੁੰਦੀਆਂ ਹਨ? ਪਹਿਲਾਂ ਆਪਾਂ ਇਸ ਚੀਜ਼ ਦੇ ਬਾਰੇ ਇੱਕ ਚਰਚਾ ਕਰ ਲਈਏ। त्रिभुजां ਅਸਮਾਨਤਾਵਾਂ ਦਾ ਭਾਵ ਇਹ ਹੈ ਜੇਕਰ ਸਾਡੇ ਕੋਲ ਵਿਦਿਆਰਥੀਓ ਦੋ त्रिभुजां ਦਿੱਤੀਆਂ ਗਈਆਂ ਹੁਣ, ਮੰਨ ਲਓ ਆਹ ਦੋ त्रिभुजां ਅਸੀਂ ਲੈ ਲੈਂਦੇ ਆ। ਇੱਕ ਹੋਰ त्रिभुज ਮੈਂ ਇੱਥੇ ਡਰਾ ਕਰ ਲੈਣਾ। ਠੀਕ ਹੈ ਜੀ। ਇਹ ਮੈਂ ਥੋੜੀ ਛੋਟੀ ਡਰਾ ਕਰ ਲੈਣਾ ਇੱਧਰ ਨੂੰ। ਠੀਕ ਹੈ ਜੀ। ਇੱਕ ਹੋਰ त्रिभुज ਡਰਾ ਕਰ ਲੈਂਦੇ ਆ ਇੱਧਰ। ਠੀਕ ਹੈ ਜੀ। ਆਹ ਜਿਹੜੀ ਹੈਗੀ ਉਹ ਮੈਂ त्रिभुजां ਜਿਹੜੀਆਂ ਕੁਝ त्रिभुजां ਲੈ ਲਈਆਂ। ਨਾਮ ਇਹਨਾਂ ਦੇ ਰੱਖ ਲੈਂਦੇ ਆ ਵਿਦਿਆਰਥੀਓ। A ਨਾਮ ਰੱਖਤਾ, B C ਇਹਨੂੰ D ਕਹਿ ਲਓ ਜੀ, E F G H ਤੇ I। ਠੀਕ ਹੈ ਵਿਦਿਆਰਥੀ। ਇਹਦੇ ਵਿੱਚ ਆਪਾਂ त्रिभुजां ਦੇ ਵਿੱਚ ਅਸਮਾਨਤਾਵਾਂ ਦੀ ਗੱਲ ਕੀਤੀ ਕਿ ਦੋ त्रिभुजां ਨੇ ਉਹਨਾਂ ਦੇ ਵਿੱਚ ਕੀ ਦੇਖੋ त्रिभुजां ਦੇ ਵਿੱਚ ਅਸਮਾਨਤਾਵਾਂ ਤੋਂ ਭਾਵ ਇਹ ਹੈ ਕਿ ਦੇਖੋ ਸਮਾਨਤਾਵਾਂ ਤਾਂ ਅਸੀਂ ਕਰ ਰਹੀਆਂ ਸਰਬੰਗ ਸਮਤਾ ਦੇ ਵਿੱਚ। ਅਸਮਾਨਤਾਵਾਂ ਦੇ ਵਿੱਚ ਦੋ त्रिभुजां ਦਿੱਤੀਆਂ ਗਈਆਂ। ਮੰਨ ਲਓ ਇੱਕ ਹੀ त्रिभुज ਹੈ, ਆਪਾਂ ਦੋ ਵੱਖਰੇ ਵੱਖਰੇ त्रिभुजां ਦੇ ਵਿੱਚ ਇੱਕ ਹੀ त्रिभुज ਦੀ ਗੱਲ ਕਰੀਏ। ਠੀਕ ਹੈ ਜੀ। ਆਹ ਇੱਕ त्रिभुज ਹੈ, ਇਸ ਦੀ ਇਹ ਭੁਜਾ ਜੇਕਰ ਇਹ ਇੱਕ ਵਿਖਮਭੁਜੀ त्रिभुज ਹੋਵੇ ਆਹ ਜਿਹੜੀ ਹੈਗੀ ਇਹਦੇ ਬਰਾਬਰ ਨਹੀਂ ਹੈਗੀ ਤੇ ਆਹ ਅਲੱਗ ਹੈ। ਇਹ ਤਿੰਨੋਂ ਜਿਹੜੀਆਂ ਹੈਗੀਆਂ ਵਿਖਮਭੁਜੀ त्रिभुजां ਹੋਣ। ਇਸੇ ਤਰੀਕੇ ਦੇ ਨਾਲ ਮੰਨ ਲਓ ਮੈਂ ਇਹਦੀ ਵੀ ਇਹਦੀ ਗੱਲ ਕਰ ਲਵਾਂ ਕਿ ਇਹ ਜਿਹੜੀ ਹੈਗੀ ਇਹ ਵਿਖਮਭੁਜੀ त्रिभुज ਹੈ। ਇਹਦੇ ਵਿੱਚ ਮੈਂ ਲਾਈਨਾਂ ਨਹੀਂ ਲਗਾਵਾਂਗਾ ਨਹੀਂ ਤਾਂ ਇਹ ਲੱਗੇਗਾ ਕਿ ਇਹ ਇਹਦੇ ਬਰਾਬਰ ਹਨ। ਠੀਕ ਹੈ ਜੀ। ਇਹ ਵੀ ਵਿਖਮਭੁਜੀ त्रिभुज ਹੈ ਤੇ ਇਹ ਵੀ ਇੱਕ ਵਿਖਮਭੁਜੀ त्रिभुज ਹੈ। ਅਸੀਂ ਕੀ ਕਰਦੇ ਹਾਂ ਵਿਦਿਆਰਥੀਓ? ਇੱਕ ਕਿਰਿਆ ਕਰਦੇ ਹਾਂ। ਠੀਕ ਹੈ। ਤੁਸੀਂ ਕੀ ਕਰੋ, ਸਭ ਤੋਂ ਪਹਿਲਾਂ ਅਸੀਂ ਇੱਥੇ ਇੱਕ ਕਿਰਿਆ ਕਰਕੇ ਦਿੰਦੇ ਹਾਂ। ਠੀਕ ਹੈ ਜੀ। ਤੁਸੀਂ ਕੰਮ ਕਰੋ ਵਿਦਿਆਰਥੀਓ, ਜਿਵੇਂ ਮੈਂ ਇਹਦੇ ਵਿੱਚ ਬੋਰਡ ਦੇ ਵਿੱਚ ਕੁਝ ਇੱਕ त्रिभुजां ਜਿਹੜੀਆਂ ਹੈਗੀਆਂ ਆ ਉਹ ਬਣਾਈਆਂ ਹਨ। ਤੁਸੀਂ ਵੀ ਆਪਣੀ ਕਾਪੀ ਦੇ ਵਿੱਚ ਫੁੱਟੇ ਦੀ ਮਦਦ ਦੇ ਨਾਲ ਤੇ ਕੁਝ ਬਿਨਾ ਮਾਪੇ ਕਿ ਆ 2 4 5 ਮਾਪ ਕੇ ਨਹੀਂ ਕਰਨਾ। ਅਲੱਗ-ਅਲੱਗ ਤਰ੍ਹਾਂ ਦੀਆਂ त्रिभुजां, ਅਲੱਗ-ਅਲੱਗ ਆਕਾਰ ਦੀਆਂ त्रिभुजां ਜਿਵੇਂ ਅਸੀਂ ਦੇਖ ਰਹੇ ਹਾਂ ਤਿੰਨੋਂ ਮੈਂ ਵੱਖਰੇ ਆਕਾਰ ਦੀਆਂ त्रिभुजां ਜਿਹੜੀਆਂ ਬਣਾਈਆਂ। ਤੁਸੀਂ 3 4 5 6 7 ਜਿੰਨੀਆਂ ਵੀ ਬਣਾ ਸਕਦੇ ਹੋ ਤੁਸੀਂ ਉਹਨਾਂ ਨੂੰ ਬਣਾ ਲਓ। ਉਸ ਤੋਂ ਬਾਅਦ ਵਿਦਿਆਰਥੀਓ ਅਸੀਂ ਕੀ ਕਰਾਂਗੇ? ਅਸੀਂ ਪਹਿਲੇ त्रिभुज ਲਵਾਂਗੇ। इस त्रिभुज ਦੇ ਵਿੱਚ ਅਸੀਂ ਇਸ त्रिभुज ਦਾ ਮਾਪ ਦੇਖ ਲੈਂਦੇ ਆ ਕਿੰਨਾ ਆ।
मैं मान लेना लगभग मैं अंदाजन लगा रहा विद्यार्थियों तुसी मापना है मान लो ये 5 सेंटीमीटर है ये 6 सेंटीमीटर है ये जिहड़ी हैगी भुजा जिहड़ी हैगी 7 सेंटीमीटर आ गई ठीक है जी 5 सेंटीमीटर 6 सेंटीमीटर ते 7 सेंटीमीटर ਦੀਆਂ ਜਿਹੜੀਆਂ ਆ ਇਹ ਤਿੰਨ ਭੁਜਾਵਾਂ ਜਿਹੜੀਆਂ ਆਪਾਂ ਲੈ ਲਈਆਂ ਇਸੇ ਤਰੀਕੇ ਦੇ ਨਾਲ ਮੈਂ ਦੂਸਰੀ ਤ੍ਰਿਭੁਜ ਜਿਹੜੀ ਹੈਗੀ ਆ ਉਹ ਚੱਕੀ ਇਸ ਤ੍ਰਿਭੁਜ ਦੇ ਵਿੱਚ ਵੀ ਵਿਦਿਆਰਥੀਓ ਆ ਲੈ ਲੈਣਾ ਮੈਂ 3 ਸੈਂਟੀਮੀਟਰ ਠੀਕ ਹੈ ਜੀ ਆ 6 ਸੈਂਟੀਮੀਟਰ ਹੈ ਜੀ ਆ 5 ਸੈਂਟੀਮੀਟਰ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਇਹਨੂੰ ਵੀ ਮਾਪ ਲਾਂਗੇ ਜੀ ਇਹਦੇ ਵਿੱਚ ਲਗਭਗ ਇਹ 9 ਸੈਂਟੀਮੀਟਰ ਲੈ ਲੈਣੇ ਆ ਜੀ ਇਹਨੂੰ ਆਪਾਂ ਲੈਣੇ ਆ ਜੀ 7 ਸੈਂਟੀਮੀਟਰ ਤੇ ਆ ਹੈਗੀ ਆਪਣੇ ਕੋਲ 6 ਸੈਂਟੀਮੀਟਰ ਅਸੀਂ ਤੁਸੀਂ ਵੀ ਕੀ ਕਰਨਾ ਵਿਦਿਆਰਥੀਓ ਇਹਨਾਂ ਸਾਰੀਆਂ ਤ੍ਰਿਭੁਜਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਤ੍ਰਿਭੁਜਾਂ ਬਣਾ ਲੈਣੀਆਂ ਉਸ ਤੋਂ ਬਾਅਦ ਉਹਨਾਂ ਦਾ ਮਾਪ ठीक है जी जरूरी नहीं है कि माप है मैं सिर्फ समझाने के लिए 7 6 5 लिया ਤੁਹਾਡਾ ਜਿੰਨਾ ਵੀ ਮਾਪ ਆਏਗਾ 4.1 4.7 5 3 ਜੋ ਵੀ ਆ ਸਕਦਾ ਤਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਆਪਣੀ ਕਾਪੀ ਦੇ ਉੱਤੇ ਡਰਾ ਕਰਕੇ ਲਿਖ ਲੈਣਾ ਹੈ ਦੂਸਰਾ ਕੰਮ ਅਸੀਂ ਵਿਦਿਆਰਥੀਓ ਕੀ ਕਰਾਂਗੇ ਦੂਸਰੇ ਕੰਮ ਦੇ ਵਿੱਚ ਅਸੀਂ ਇਹਨਾਂ ਸਾਰਿਆਂ ਦੇ ਕੋਣ ਮਾਪਾਂਗੇ ਠੀਕ ਹੈ ਜੀ ਹੁਣ ਕੋਣ ਮਾਪਣ ਵਾਸਤੇ ਅਸੀਂ ਕੀ ਕਰਾਂਗੇ d ਦਾ ਬੰਦੋਬਸਤ d ਦਾ ਇਸਤੇਮਾਲ ਕਰਾਂਗੇ d ਦਾ ਇਸਤੇਮਾਲ ਜਦੋਂ ਅਸੀਂ ਕਰਾਂਗੇ ਵਿਦਿਆਰਥੀਓ ਮੈਂ ਲਗਭਗ ਦੇਖ ਲੈਣਾ ਕਿ ਚਲੋ ਮੰਨ ਲਓ ਜੀ ਇਹ ਆ ਗਿਆ ਜੀ 50 ਡਿਗਰੀ ਦਾ ਕੋਣ ਠੀਕ ਹੈ ਜੀ ਇਹਨੂੰ ਲੈ ਲੈਣੇ ਆ ਜੀ 70 ਡਿਗਰੀ ਦਾ ਕੋਣ ਠੀਕ ਹੈ ਜੀ 70 ਡਿਗਰੀ ਦਾ ਕੋਣ ਆ ਗਿਆ ਜੀ ਇਹ 50 ਡਿਗਰੀ ਦੀ ਬਜਾਏ 60 ਡਿਗਰੀ ਲੈ ਲਓ ਜੀ ਇਹ 60 ਡਿਗਰੀ ਦਾ ਕੋਣ ਆ ਗਿਆ ਠੀਕ ਹੈ ਜੀ ਤੇ ਆ ਤੀਸਰਾ ਕਿੰਨਾ ਆ ਜਾਏਗਾ ਜੀ ਆਪਣਾ ਕੋਣ 50 ਡਿਗਰੀ ਦਾ ਕੋਣ ਠੀਕ ਹੈ ਜੀ ਇਹ ਤਿੰਨ ਕੋਣ ਜਿਹੜੇ ਹੈਗੇ ਆ ਇਹ ਮੈਂ ਮਾਪ ਲਏ ਤੇ ਇੱਥੇ ਲਿਖ ਲਿੱਤੇ ਠੀਕ ਹੈ ਜੀ ਆ ਚੀਜ਼ ਮੈਂ ਇੱਕ ਕਰ ਲਈ ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਬਾਕੀ ਦੀਆਂ ਤ੍ਰਿਭੁਜਾਂ ਜਿਹੜੀਆਂ ਹੋਣਗੀਆਂ ਉਹਨਾਂ ਦੇ ਵੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਿਦਿਆਰਥੀਓ ਭੁਜਾਵਾਂ ਨਾਪ ਲੈਣੀਆਂ ਆ ਫਿਰ ਤੁਸੀਂ ਕੀ ਕਰਨਾ ਆ ਇਹਨਾਂ ਸਾਰਿਆਂ ਦੇ ਆਪਸ ਦੇ ਵਿੱਚ ਜਿਹੜੇ ਹੈਗੇ ਨੇ ਉਹ ਕੋਣ ਆਪਾਂ ਮਾਪ ਲੈਣੇ ਆ ਠੀਕ ਹੈ ਅਸੀਂ ਕੀ ਕਰਾਂਗੇ ਵਿਦਿਆਰਥੀਓ ਇਹਨਾਂ ਤਿੰਨ ਤ੍ਰਿਭੁਜਾਂ ਦੀ ਬਜਾਏ ਮੈਂ ਇੱਕ ਤ੍ਰਿਭੁਜ ਚੱਕਦਾ ਪਹਿਲੇ ਤ੍ਰਿਭੁਜ ਚੱਕਾਂਗੇ ਅਸੀਂ ਠੀਕ ਹੈ ਜੀ ਮੈਂ ਆਹ ਵਾਲੇ ਤ੍ਰਿਭੁਜ ਦੀ ਗੱਲ ਕਰ ਰਿਹਾ ਠੀਕ ਹੈ ਜੀ ਮੈਂ ਬਾਕੀ ਕਿਸੇ ਤ੍ਰਿਭੁਜ ਦੀ ਗੱਲ ਨਹੀਂ ਕਰਾਂਗਾ ਇਸ ਤ੍ਰਿਭੁਜ ਦੇ ਵਿੱਚ ਵਿਦਿਆਰਥੀਓ ਬੜੇ ਧਿਆਨ ਨਾਲ ਦੇਖਿਓ ਠੀਕ ਹੈ ਇਹ ਸਾਨੂੰ ਕਨਫਿਊਜ਼ਨ ਨਾ ਹੋਵੇ ਇਸ ਕਰਕੇ ਮੈਂ ਕੀ ਕਰਦਾ ਵਿਦਿਆਰਥੀਓ ਬਾਕੀ ਦੀ ਤ੍ਰਿਭੁਜਾਂ ਆਪਾਂ ਬਿਠਾ ਲੈਂਦੇ ਆ ਠੀਕ ਹੈ ਜੀ ਨਹੀਂ ਤਾਂ ਸਾਨੂੰ ਬਾਰ-ਬਾਰ ਉਲਝਣ ਆਏਗੀ ਕਿ ਆ ਕਿਹਦੀ ਗੱਲ ਆਪਾਂ ਕਰ ਰਹੇ ਹਾਂ ਠੀਕ ਹੈ ਅਸੀਂ ਵਿਦਿਆਰਥੀਓ ਇੱਕ ਤ੍ਰਿਭੁਜ ਲਈਆਂ ਮੈਂ 5-6 ਤ੍ਰਿਭੁਜਾਂ 3-4 ਤ੍ਰਿਭੁਜਾਂ ਤਿੰਨ ਮੈਂ ਬਣਾਈਆਂ ਸੀ ਤੁਸੀਂ 5-6 ਤ੍ਰਿਭੁਜਾਂ ਬਣਾ ਲਓ ਇੱਕ ਤ੍ਰਿਭੁਜ ਨੂੰ ਅਸੀਂ ਸਮਝ ਲੈਣੇ ਆ ਉਸੇ ਤਰੀਕੇ ਦੇ ਨਾਲ ਤੁਸੀਂ ਬਾਕੀ ਤ੍ਰਿਭੁਜਾਂ ਦੇ ਉੱਤੇ ਉਹ ਚੀਜ਼ ਨੂੰ ਲਗਾ ਸਕਦੇ ਆ ਵਿਦਿਆਰਥੀਓ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਤ੍ਰਿਭੁਜਾਂ ਦਾ ਮਾਪ ਲੈ ਲਿਆ ਠੀਕ ਹੈ ਜੀ ਮਾਪ ਲੈਣ ਤੋਂ ਬਾਅਦ ਅਸੀਂ ਕੀ ਕੀਤਾ ਤ੍ਰਿਭੁਜਾਂ ਦੇ ਕੋਣਾਂ ਦਾ ਵੀ ਮਾਪ ਲੈ ਲਿਆ ਠੀਕ ਹੈ ਹੁਣ ਮੈਂ ਇਹਦੀਆਂ ਭੁਜਾਵਾਂ ਅਤੇ ਕੋਣਾਂ ਦਾ ਸੰਬੰਧ ਜਾਣਨ ਦੀ ਕੋਸ਼ਿਸ਼ ਕਰਦਾ ਕਿ ਕੀ ਇਹਦੇ ਜਿਹੜੇ ਕੋਣਾਂ ਦਾ ਤੇ ਭੁਜਾਵਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਬਣ ਰਿਹਾ ਹੈ ਠੀਕ ਹੈ ਜੀ ਇਹ ਪਹਿਲੀ ਹੋ ਗਈ ਪਹਿਲੀ ਦੇ ਵਿੱਚ ਤਾਂ ਕੋਈ ਸੰਬੰਧ ਨਹੀਂ ਬਣੇਗਾ ਠੀਕ ਹੈ ਜੀ ਮੰਨ ਲਓ ਇੱਥੇ ਇੱਕ ਹੋਰ ਤ੍ਰਿਭੁਜ ਅਸੀਂ ਲੈ ਲੈਂਦੇ ਹਾਂ ਜੀ ਆ ਇੱਕ ਹੋਰ ਤ੍ਰਿਭੁਜ ਅਸੀਂ ਚੱਕ ਲਈ ਇਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੰਨ ਲਓ ਇਹ 9 ਸੈਂਟੀਮੀਟਰ ਹੈ ਇਹ 8 ਸੈਂਟੀਮੀਟਰ ਹੈ ਜਿਹੜਾ ਇਹ ਆ ਇਹ 4 ਸੈਂਟੀਮੀਟਰ ਪਾ ਲੈਂਦੇ ਆ ਠੀਕ ਹੈ ਜੀ ਅੱਛਾ ਵਿਦਿਆਰਥੀਓ ਇਹਦੇ ਵਿੱਚ ਇਹ ਲਗਭਗ 130 ਡਿਗਰੀ ਦਾ ਕੋਣ ਮੰਨ ਲੈਂਦੇ ਆ ਜੀ ਅਸੀਂ ਠੀਕ ਹੈ ਜੀ ਜਿਹੜਾ ਆਹ ਵਾਲਾ ਕੋਣ ਹੈਗਾ ਜੀ ਇਹਨੂੰ ਅਸੀਂ ਆਹ ਵਾਲਾ ਕੋਣ ਜਿਹੜਾ ਹੈਗਾ ਆ ਇਹਨੂੰ ਤੁਸੀਂ 30 ਡਿਗਰੀ ਦਾ ਮੰਨ ਲਓ ਤੇ ਆਹ ਵਾਲਾ ਕੋਣ ਜਿਹੜਾ ਹੈਗਾ ਇਹ 20 ਡਿਗਰੀ ਦਾ ਆ ਗਿਆ ਠੀਕ ਹੈ ਜੀ ਤਿੰਨਾਂ ਕੋਣਾਂ ਦਾ ਜੋੜ 180 ਡਿਗਰੀ ਹੋਣਾ ਚਾਹੀਦਾ ਆ ਇਸ ਗੱਲ ਦਾ ਵੀ ਖਿਆਲ ਰੱਖਣਾ ਅਸੀਂ ਠੀਕ ਹੈ ਜੀ ਕਿਉਂਕਿ ਮੈਂ ਤਾਂ ਦੇਖੋ ਤੁਹਾਨੂੰ ਅੰਦਾਜ਼ੇ ਨਾਲ ਦੱਸ ਰਿਹਾ ਆ ਕਿ 130 ਆ 130 ਆ ਇਹ 20 ਆ ਠੀਕ ਹੈ ਜੀ ਤੇ ਤੁਸੀਂ ਜਦੋਂ ਇਹ ਕਿਰਿਆ ਕਰਨੀ ਆ ਉਦੋਂ ਤੁਸੀਂ ਬਕਾਇਦਾ ਉਹਨਾਂ ਨੂੰ ਮਾਪਣਾ ਆ ਠੀਕ ਹੈ ਜੀ ਹੁਣ ਦੇਖੋ 130 ਤੇ 30 60 ਤੇ 20 180 ਇਹ ਵੀ 60 ਤੇ 30 130 ਤੇ 50 180 ਠੀਕ ਹੈ ਜੀ ਆ ਬਣ ਗਏ ਮੇਰੇ ਕੋਲ ਹੁਣ ਵਿਦਿਆਰਥੀਓ ਇਹਦੇ ਵਿੱਚ ਤੇ ਇਹਨਾਂ ਵਿੱਚ ਇਹ ਦੋ ਤ੍ਰਿਭੁਜਾਂ ਨੂੰ ਅਸੀਂ ਮਾਪ ਕੇ ਦੇਖਦੇ ਆ ਮਤਲਬ ਇਹਨਾਂ ਦੇ ਵਿੱਚ ਕੋਣਾਂ ਦਾ ਸੰਬੰਧ ਜਿਹੜਾ ਹੈਗਾ ਆ ਉਹ ਭੁਜਾਵਾਂ ਦੇ ਨਾਲ ਕੋਈ ਹੈਗਾ ਆ ਕਿ ਨਹੀਂ ਹੈਗਾ ਠੀਕ ਹੈ ਜੀ ਇਹਦੇ ਵਿੱਚ ਅਸੀਂ ਦੇਖਾਂਗੇ ਵਿਦਿਆਰਥੀਓ ਸਭ ਤੋਂ ਵੱਡਾ ਕੋਣ ਕਿਹੜਾ ਆ ਠੀਕ ਹੈ ਜੀ ਇਹ ਸਭ ਤੋਂ ਵੱਡੀ ਭੁਜਾ ਕਿਹੜੀ ਆ ਸਭ ਤੋਂ ਵੱਡੀ ਭੁਜਾ ਸੀ ਮੇਰੇ ਕੋਲ ਠੀਕ ਹੈ ਜੀ ਜਦੋਂ ਮੈਂ ਦੇਖਿਆ ਸਭ ਤੋਂ ਵੱਡੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਸੀ ਸਭ ਤੋਂ ਵੱਡਾ ਸੀ ਠੀਕ ਹੈ ਤੁਸੀਂ ਦੇਖੋ ਧਿਆਨ ਨਾਲ ਸਭ ਤੋਂ ਵੱਡੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਸਭ ਤੋਂ ਵੱਡਾ ਆ ਠੀਕ ਹੈ ਜੀ ਇੱਕ ਹੋਰ ਚੀਜ਼ ਸਭ ਤੋਂ ਛੋਟੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਉਹ ਸਭ ਤੋਂ ਛੋਟਾ ਹੈ ਇਹ ਦੋ ਚੀਜ਼ਾਂ ਬੜੀ ਵਧੀਆ ਤੇ ਮੈਨੂੰ ਠੀਕ ਲੱਗੀ ਹੋ ਸਕਦਾ ਇਹ ਚ ਤੁੱਕਾ ਲੱਗਿਆ ਹੋਵੇ ਇਸੇ ਲਈ ਮੈਂ ਤੁਹਾਨੂੰ ਕਿਹਾ ਕਿ ਇੱਕ ਤ੍ਰਿਭੁਜ ਨਹੀਂ ਲੈਣੀ ਆਪਾਂ ਠੀਕ ਹੈ ਜੀ ਮੈਂ ਦੋ ਤ੍ਰਿਭੁਜਾਂ ਲੈ ਰਹੇ ਹਾਂ ਤੁਸੀਂ ਘੱਟੋ ਘੱਟ 5-7 ਤ੍ਰਿਭੁਜਾਂ ਜਿਹੜੀਆਂ ਹੈਗੀਆਂ ਉਹ ਆਪਣੀ ਕਾਪੀ ਦੇ ਉੱਤੇ ਵੱਖਰੇ ਵੱਖਰੇ ਕਰਦੇ ਬਣਾ ਲਓ ਤੇ ਉਹਨਾਂ ਨੂੰ ਮੇਰੇ ਜਿਹੜੇ ਸ਼ਬਦ ਨੇ ਇਹਨਾਂ ਨੂੰ ਆਪਣੀ ਕਾਪੀ ਦੇ ਉੱਤੇ ਕਰਕੇ ਜਾਂਚੋ ਕੀ ਮੈਂ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਵਿਦਿਆਰਥੀਓ ਇਸੇ ਚੀਜ਼ ਨੂੰ ਦੇਖਦੇ ਹਾਂ ਸਭ ਤੋਂ ਵੱਡੀ ਭੁਜਾ ਕਿਹੜੀ ਸੀਗੀ ਜੀ ਸਾਡੇ ਕੋਲ ਆਹ ਵਾਲੀ ਇਸ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਉਹ ਸਭ ਤੋਂ ਵੱਡਾ ਕੋਣ ਹੈ ਦੂਸਰੇ ਨੰਬਰ ਦੇ ਵਿੱਚ ਭੁਜਾ ਇਹ ਵਾਲੀ ਹੈ ਇਹਦੇ ਸਾਹਮਣੇ ਵਾਲਾ ਕੋਣ ਇਹ ਦੂਜੇ ਨੰਬਰ ਤੇ ਹੈ ਤੇ ਆ ਸਭ ਤੋਂ ਛੋਟੀ ਭੁਜਾ ਹੈ ਤੇ ਇਹਦੇ ਸਾਹਮਣੇ ਵਾਲਾ ਕੋਣ ਸਭ ਤੋਂ ਛੋਟਾ ਕੋਣ ਹੈ
ठीक है विद्यार्थियों। सो इस ਜਿਹੜੀ ਕਿਰਿਆ ਆ, ਇਸ ਕਿਰਿਆ ਤੋਂ ਮੈਂ ਇੱਕ ਚੀਜ਼ ਬੜੀ ਮੇਰੇ ਕੋਲ ਸਮਝ ਕੇ ਸਾਹਮਣੇ ਆਉਂਦੀ ਹੈ ਕਿ ਬਈ ਜੇਕਰ ਤ੍ਰਿਭੁਜਾਂ ਦੇ ਵਿੱਚ ਅਸਮਾਨਤਾ ਦਾ ਭਾਵ ਸੀ ਕਿ ਵੱਖਰੀਆਂ ਵੱਖਰੀਆਂ ਭੁਜਾਵਾਂ, ਹੁਣ ਦੇਖੋ ਜੇ ਤਾਂ ਸਾਰੀਆਂ ਭੁਜਾਵਾਂ ਇੱਕ ਸਮਾਨ ਹੋ ਗਈਆਂ, ਠੀਕ ਹੈ ਜੀ, ਫਿਰ ਤਾਂ ਮੈਂ ਇਹ ਗੱਲ ਨਹੀਂ ਕਹਿ ਪਾਵਾਂਗਾ ਕਿ ਵੱਡੀ ਕਿਹੜੀ ਤੇ ਛੋਟੀ ਕਿਹੜੀ। ਇਸ ਕਰਕੇ ਮੈਂ ਕਿਹਾ ਕਿ ਉਸ ਅਸਮਾਨ ਭੁਜਾਵਾਂ ਜਿਹੜੀਆਂ ਮੈਂ ਲੈ ਲਈਆਂ, ਵਿਖਮਭੁਜੀ ਭੁਜਾਵਾਂ ਲੈ ਲਈਆਂ। ਹਾਂ, ਮੈਂ ਸਮਭੁਜੀ ਤੇ ਭੁਜਾ ਦੀ ਵੀ ਗੱਲ ਕਰਾਂਗਾ ਅੱਗੇ ਜਾ ਕੇ, ਲੇਕਿਨ ਹਾਲ ਦੀ ਘੜੀ ਅਸੀਂ ਜਿਹੜੀ ਇਹ ਚੀਜ਼ ਨੂੰ ਸਮਝਣ ਵਾਸਤੇ ਵਿਖਮਭੁਜੀ ਤ੍ਰਿਭੁਜ ਨੂੰ ਲੈਣਾ ਸਭ ਤੋਂ ਜ਼ਰੂਰੀ ਹੈ। ਠੀਕ ਹੈ ਵਿਦਿਆਰਥੀਓ, ਮੇਰੇ ਖਿਆਲ ਨਾਲ ਤੁਸੀਂ ਇਸ ਚੀਜ਼ ਨੂੰ ਸਮਝੇ ਹੋਵੋਗੇ। ਆਓ ਵਿਦਿਆਰਥੀਓ ਚੱਲਦੇ ਹਾਂ ਅਸੀਂ ਆਪਣੀ ਪਹਿਲੀ ਥਿਊਰਮ ਦੇ ਵੱਲ, ਜਿਹੜੀ ਕਿ ਇਸ ਹੀ ਕਿਰਿਆ, ਜਿਹੜੀ ਕਿ ਹੁਣੀ ਮੈਂ ਕਰਕੇ ਹਟਿਆ, ਇਸ ਹੀ ਕਿਰਿਆ ਦੇ ਉੱਤੇ ਜਿਹੜੀ ਹੈਗੀ ਆ ਉਹ ਟੁਕੀ ਹੋਈ ਆ, ਇਸੇ ਕਿਰਿਆ ਦੇ ਉੱਤੇ ਬੇਸਡ ਹੈਗੀ ਆ। ਥਿਊਰਮ ਹੈ ਵਿਦਿਆਰਥੀਓ ਸਾਡੇ ਕੋਲ, ਇਹ ਹੈ ਵਿਦਿਆਰਥੀਓ ਸਾਡੇ ਕੋਲ ਥਿਊਰਮ। ਇਸ ਤੋਂ ਪਹਿਲਾਂ ਵੀ ਅਸੀਂ ਕਈ ਥਿਊਰਮਾਂ ਵਿਦਿਆਰਥੀਓ ਕੀਤੀਆਂ ਹਨ। ਇਹ ਥਿਊਰਮ ਹੈ ਸਾਡੇ ਕੋਲ, ਜੇਕਰ ਕਿਸੇ ਤ੍ਰੈਭੁਜ ਦੀਆਂ ਦੋ ਭੁਜਾਵਾਂ ਦੇਖੋ ਦੋ ਭੁਜਾਵਾਂ ਦੀ ਗੱਲ ਕੀਤੀ ਆ, ਦੋ ਭੁਜਾਵਾਂ ਬਰਾਬਰ ਨਾ ਹੋਣ ਤਾਂ ਲੰਬੀ ਭੁਜਾ ਦੇ ਸਾਹਮਣੇ ਵਾਲਾ ਕੋਣ, ਲੰਬੀ ਭੁਜਾ ਦੇ ਸਾਹਮਣੇ ਵਾਲਾ ਕੋਣ ਵੱਡਾ ਹੋਵੇਗਾ। ਇਹ ਵਿਦਿਆਰਥੀਓ ਸਾਡੇ ਕੋਲ ਜਿਹੜੀ ਥਿਊਰਮ ਹੈ, ਇਹ ਥਿਊਰਮ ਦਾ ਰਿਜ਼ਲਟ ਜਿਹੜਾ ਹੈਗਾ ਥੋੜੀ ਦੇਰ ਪਹਿਲਾਂ ਜਿਹੜੀ ਅਸੀਂ ਇੱਕ ਕਿਰਿਆ ਕੀਤੀ ਹੈ, ਉਸ ਕਿਰਿਆ ਤੋਂ ਜਿਹੜਾ ਹੈਗਾ ਦਾ ਰਿਜ਼ਲਟ ਮੇਰੇ ਕੋਲ ਨਿਕਲ ਕੇ ਸਾਹਮਣੇ ਆਇਆ ਹੈ। ਤੇ ਉਹ ਕੀ ਹੈ ਵਿਦਿਆਰਥੀਓ, ਇੱਕ ਵਾਰੀ ਫੇਰ ਦੇਖ ਲੈਂਦੇ ਹਾਂ। ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ, ਮੈਂ ਹੁਣ ਵੀ ਥੋੜੀ ਦੇਰ ਪਹਿਲਾਂ ਗੱਲ ਕੀਤੀ ਆ, ਆਪਾਂ ਮੰਨ ਲਓ ਇੱਕ ਵੱਡੀ ਸਾਰੀ ਬਣਾ ਲੈਣੇ ਤੇ ਸਭ ਤੋਂ ਵੱਡੀ ਭੁਜਾ ਇਹਦੀ ਹੋ ਗਈ। ਜੇਕਰ ਸਭ ਤੋਂ ਵੱਡੀ ਭੁਜਾ ਹੈ ਤਾਂ ਸਭ ਤੋਂ ਵੱਡੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਆ ਉਹ ਵੱਡਾ ਹੋਏਗਾ। ਇਹ ਇਸ ਥਿਊਰਮ ਦਾ ਜਿਹੜਾ ਹੈਗਾ ਉਹ ਬੇਸ ਹੈ ਆਪਣੇ ਕੋਲ। ਠੀਕ ਹੈ ਜੀ। ਤੇ ਇਸ ਤੋਂ ਇੱਕ ਚੀਜ਼ ਹੋਰ ਹੈ ਵਿਦਿਆਰਥੀਓ ਕਿ ਜ਼ਰੂਰੀ ਨਹੀਂ ਹੈ ਕਿ ਮੈਂ ਇਹਦੀ ਹੀ ਗੱਲ ਕਰ ਰਿਹਾ। ਠੀਕ ਹੈ, ਮੰਨ ਲਓ ਆਪਣੇ ਕੋਲ ਆਹੀ ਚੀਜ਼ ਦਿੱਤੀ ਗਈ ਹੋਵੇ, ਠੀਕ ਹੈ ਜੀ, ਸੇਮ ਇਹੀ ਚੀਜ਼ ਦੇ ਵਿੱਚ ਆਪਾਂ ਇਹ ਕਹੀਏ ਕਿ ਨਹੀਂ ਜੀ ਨਹੀਂ, ਇਹ ਤਾਂ ਆਪਾਂ ਕੋਈ ਬਰਾਬਰ ਨਾ ਹੋਣ ਦੇ ਵਿੱਚ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਲੰਬੀ ਭੁਜਾ ਦੇ ਵੱਡੇ, ਕੀ ਇਹਦਾ ਬਰਾਬਰ ਨਾ ਹੋਣ ਤੇ ਲੰਬੀ ਭੁਜਾ ਦੇ ਸਾਹਮਣੇ ਵਾਲਾ ਕੋਣ ਵੱਡਾ ਹੈ, ਦਾ ਉਲਟ ਜਿਹੜਾ ਹੈਗਾ ਆ ਉਹ ਵੀ ਸਹੀ ਹੈ ਕਿ ਨਹੀਂ ਹੈ। ਜੇਕਰ ਉਹ ਸਹੀ ਹੈ ਤਾਂ ਆਪਾਂ ਦੇਖਦੇ ਹਾਂ ਕਿ ਕੀ ਉਹ ਸਹੀ ਬਣਦਾ ਹੈ। ਇਹ ਤੋਂ ਭਾਵ ਕੀ ਹੈ, ਦੇਖੋ ਉਸੇ ਕਿਰਿਆ ਨੂੰ ਜਿਹੜੀ ਆਪਾਂ ਕਿਰਿਆ ਥੋੜੀ ਦੇਰ ਪਹਿਲਾਂ ਕੀਤੀ ਆ, ਉਹਦੇ ਵਿੱਚ ਆਪਾਂ ਭੁਜਾਵਾਂ ਵੀ ਕੱਢ ਲਈਆਂ ਸੀ ਤੇ ਭੁਜਾਵਾਂ ਦਾ ਮਾਪ ਵੀ ਦੇਖ ਲਿਆ ਸੀਗਾ ਤੇ ਕੋਣਾਂ ਦਾ ਮਾਪ ਵੀ ਦੇਖ ਲਿਆ ਸੀ। ਠੀਕ ਹੈ ਜੀ। ਉਸ ਹੀ ਕਿਰਿਆ ਨੂੰ ਅਸੀਂ ਫੇਰ ਦੁਬਾਰਾ ਦੇਖਾਂਗੇ। ਹੁਣ ਇਸ ਵਾਰ ਅਸੀਂ ਭੁਜਾਵਾਂ ਦਾ ਮਾਪ ਨਹੀਂ ਦੇਖਣਾ। ਠੀਕ ਹੈ, ਅਸੀਂ ਇਹ ਦੇਖਾਂਗੇ ਕਿ ਸਭ ਤੋਂ ਵੱਡਾ ਕੋਣ ਕਿਹੜਾ ਹੈ। ਜਿਹੜਾ ਸਭ ਤੋਂ ਵੱਡਾ ਕੋਣ ਹੋਏਗਾ, ਭਾਵ ਮੰਨ ਲਓ ਇਹ ਵਾਲੀ ਇੱਕ ਸਾਡੇ ਕੋਲ ਤ੍ਰਿਭੁਜ ਹੈ, ਇਸ ਤ੍ਰਿਭੁਜ ਦੇ ਵਿੱਚ ਮੰਨ ਲਓ ਇਹ ਵਾਲਾ ਕੋਣ ਜਿਹੜਾ ਹੈਗਾ 120 ਡਿਗਰੀ ਦਾ ਹੈ, ਆਹ ਕੋਣ ਜਿਹੜਾ ਹੈਗਾ ਉਹ 40 ਡਿਗਰੀ ਦਾ ਹੈ ਤੇ ਆਹ ਕੋਣ ਜਿਹੜਾ ਹੈ ਆ ਵੀ 20 ਡਿਗਰੀ ਦਾ ਹੈ। ਠੀਕ ਹੈ ਜੀ। ਸਭ ਤੋਂ ਵੱਡਾ ਕੋਣ ਕਿਹੜਾ ਹੈ ਜੀ, ਆਹ ਵਾਲਾ 120 ਡਿਗਰੀ ਦਾ। ਆਪਾਂ ਇਹ ਚੈੱਕ ਕਰਾਂਗੇ ਕਿ ਕੀ ਇਸ ਦਾ ਉਲਟ ਸਹੀ ਹੈ। ਜੇਕਰ ਸਭ ਤੋਂ ਵੱਡੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈ ਸਭ ਤੋਂ ਵੱਡਾ ਹੁੰਦਾ ਹੈ ਤਾਂ ਕੀ ਇਹ ਗੱਲ ਸੱਚੀ ਹੈ ਕਿ ਉਸ ਤ੍ਰਿਭੁਜ ਕਿਸੇ ਵੀ ਤ੍ਰਿਭੁਜ ਦੇ ਸਭ ਤੋਂ ਵੱਡੇ ਕੋਣ ਦੇ ਸਨਮੁਖ ਭੁਜਾ ਜਿਹੜੀ ਹੋਏਗੀ ਉਹ ਸਭ ਤੋਂ ਵੱਡੀ ਭੁਜਾ ਹੋਏਗੀ ਤੇ ਬਿਲਕੁਲ ਸਹੀ ਹੋਏਗਾ। ਇਸ ਤੋਂ ਭਾਵ ਇਹ ਹੋਇਆ ਵਿਦਿਆਰਥੀਓ ਕਿ ਇਸ ਹੀ ਥਿਊਰਮ ਦਾ ਉਲਟ ਵੀ ਜਿਹੜਾ ਹੈ ਉਹ ਸਾਡੇ ਕੋਲ ਬਿਲਕੁਲ ਸਹੀ ਹੈ। ਤੇ ਉਲਟੇ ਦਾ ਕੀ ਹੋਏਗਾ, ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ ਬਰਾਬਰ ਨਾ ਹੋਣ ਜਾਂ ਦੋ ਕੋਣ ਬਰਾਬਰ ਨਾ ਹੋਣ ਤਾਂ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਜਿਹੜੀ ਹੈਗੀ ਉਹ ਲੰਬੀ ਹੋਵੇਗੀ, ਸਭ ਤੋਂ ਲੰਬੀ ਹੋਵੇਗੀ। ਠੀਕ ਹੈ ਵਿਦਿਆਰਥੀਓ। ਚਲੋ ਇਸ ਤੋਂ ਬਾਅਦ ਚੱਲਦੇ ਹਾਂ ਵਿਦਿਆਰਥੀਓ ਅਸੀਂ ਆਪਣੀ ਅਗਲੀ ਥਿਊਰਮ ਦੇ ਵੱਲ। ਅਗਲੀ ਥਿਊਰਮ ਨੂੰ ਵੀ ਵਿਦਿਆਰਥੀਓ ਇਸੇ ਤਰੀਕੇ ਨਾਲ ਸਮਝਾਂਗੇ ਕਿ ਕੁਝ ਥਿਊਰਮਾਂ ਕਰਨ ਤੋਂ ਬਾਅਦ ਜਿਹੜੇ ਹੈ ਅਸੀਂ ਉਹਦੇ ਪ੍ਰਸ਼ਨ ਜਿਹੜੇ ਹੈਗੇ ਉਹ ਹੱਲ ਕਰਨੇ ਸ਼ੁਰੂ ਕਰਾਂਗੇ। ਠੀਕ ਹੈ ਜੀ। ਇਹਦੇ ਵਿੱਚ ਅਸੀਂ ਹੁਣੀ ਜਿਹੜੀ ਉਹ ਥਿਊਰਮ ਲਿਖੀ ਸੀ ਉਸ ਥਿਊਰਮ ਨੂੰ ਆਪਾਂ ਇੱਕ ਵਾਰੀ ਲਿਖ ਲੈਂਦੇ ਹਾਂ। ਠੀਕ ਹੈ ਜੀ। ਥਿਊਰਮ ਨੰਬਰ 2 ਸੀ ਉਹ ਸਾਡੇ ਕੋਲ, ਉਹਨੂੰ ਆਪਾਂ ਇੱਕ ਵਾਰੀ ਲਿਖ ਲੈਂਦੇ। ਉਹ ਕੀ ਹੈ ਜੀ, ਕਿਸੇ ਵੀ ਤ੍ਰਿਭੁਜ ਠੀਕ ਹੈ ਜੀ, ਤ੍ਰਿਭੁਜ ਵਿੱਚ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਵੱਡੀ ਹੁੰਦੀ
है। आ हो गया विद्यार्थियों ਸਾਡੇ ਕੋਲ। ਇਹਦੇ ਵਿੱਚ ਇਹ ਕਹਿ ਰਿਹਾ ਕਿ ਜਿਹੜੀ ਗੱਲ ਮੈਂ ਹੁਣੀ ਕਹੀ ਸੀਗੀ ਕਿ ਕਿਸੇ ਵੀ ਤ੍ਰਿਭੁਜ ਦੇ ਵਿੱਚ ਵੱਡੇ ਕੋਣ ਦੇ ਸਾਹਮਣੇ ਵਾਲੀ ਭੁਜਾ ਵੱਡੀ ਹੁੰਦੀ ਹੈ। ਇਸ ਤੋਂ ਪਹਿਲਾਂ ਜਿਹੜੀ ਮੈਂ ਥਿਊਰਮ ਕਹੀ ਸੀ ਉਹਦੇ ਵਿੱਚ ਮੈਂ ਇਹ ਕਿਹਾ ਸੀ ਕਿ ਜੇਕਰ ਕਿਸੇ ਤ੍ਰਿਭੁਜ ਦੀਆਂ ਦੋ ਭੁਜਾਵਾਂ, ਦੋ ਵੱਖਰੀਆਂ ਭੁਜਾਵਾਂ, ਮਾਪ ਵੱਖਰੇ ਹੋਣੇ ਚਾਹੀਦੇ ਆ, ਤਾਂ ਵੱਡੀ ਭੁਜਾ ਦੇ ਸਾਹਮਣੇ ਵਾਲਾ ਕੋਣ ਜਿਹੜਾ ਹੈਗਾ ਵੱਡਾ ਹੋਏਗਾ ਤੇ ਉਹਦਾ ਠੀਕ ਉਲਟ ਸਟੇਟਮੈਂਟ ਜਿਹੜੀ ਹੈਗੀ ਆ ਇਹ ਜਿਹੜੀ ਆਪਣੇ ਕੋਲ ਇੱਥੇ दूसरी थ्योरम की आ गई है। एक थ्योरम विद्यार्थियों सवाल करने के लिए वो थ्योरम ਆਪਾਂ ਕੀਤੀ ਤਾਂ ਛੋਟੀ ਕਲਾਸ 'ਚ ਹੋਈ ਹੈ, ਲੇਕਿन ਮੈਨੂੰ ਲੱਗਦਾ ਹੈ ਕਿ ਆਪਾਂ ਨੂੰ ਸਵਾਲ ਕਰਨ ਤੋਂ ਪਹਿਲਾਂ ਉਸ ਥਿਊਰਮ ਨੂੰ ਵੀ ਇੱਕ ਵਾਰੀ ਦੇਖ ਲੈਣਾ ਚਾਹੀਦਾ ਹੈ। ਉਹ ਥਿਊਰਮ ਕੀ ਹੈ, ਉਸ ਥਿਊਰਮ ਨੂੰ ਪਹਿਲਾਂ ਅਸੀਂ ਦੇਖ ਲੈਂਦੇ ਆ, ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਉਹਨੂੰ ਕਰਾਂਗੇ। ਨੈਕਸਟ ਦੇਖਦੇ ਹਾਂ ਜੀ ਆਪਾਂ ਥਿਊਰਮ ਹੈ ਸਾਡੇ ਕੋਲ। ਨੈਕਸਟ ਥਿਊਰਮ ਹੈ, ਥਿਊਰਮ ਦੇ ਵਿੱਚ ਕਹਿ ਰਿਹਾ ਕਿ ਕਿਸੇ ਵੀ ਦੇਖੋ ਤ੍ਰਿਭੁਜ ਦੀਆਂ, देखो किसी भी त्रिभुज की गल कर रहा है, त्रिभुज दियां भुजावां दा जोड़, त्रिभुज दियां दो भुजावां दा जोड़, दो भुजावां दा जोड़ तीसरी भुजा तो वड्डा हुंदा है। अच्छा विद्यार्थियों ये जिहड़ी चीज है ये मेरे ख्याल नाल सब तो बेसिक चीज है, पर सब तो इंपॉर्टेंट चीज है, बहुत ही खूबसूरत चीज है कि किसी भी त्रिभुज दे विच मान लो मैं तुहानूं की कह दिंदा, मैं कहना जी तीन मेरे कोल भुजावां ने, मैं इहनूं थोड़ा इरेज कर दिंदा, इत्थे ਆਪਾਂ थोड़ी एक दो एग्जांपल्स करके दिंदे आ। मैं तुहानूं कह दिंदा कि नहीं विद्यार्थियों चलो साडे कोल जी एक त्रिभुज है 6 8 ते 9 आ मेरे को साइडा ने, ठीक है जी, पहली साइड, दूजी साइड ते तीसरी साइड, ठीक है विद्यार्थियों। साडे कोल 6 सेंटीमीटर 8 सेंटीमीटर ते 9 सेंटीमीटर दियां तीन भुजावां ने। मैं ये देखना चाहना कि इन्हां तीन भुजावां नाल मिल के एक त्रिभुज बन सकता है या नहीं बन सकता, या फिर दूसरे शब्दां दे विच ये कह लो कि मैं ये देख रहा कि की इदां दी त्रिभुज पॉसिबल है जिहदियां तीन भुजावां दा माप 6 8 ते 9 होवे, ठीक है जी। वो किदां वेख सकते हैं आप विद्यार्थियों, तुसी 6 जमा 8 देखो कितना होता, 8 ते 6 14, ਅਸੀਂ देख रहे हैं 14 9 तो बड़ा है, पहली चीज ठीक होगी। दूसरा देखो 8 ते 9, ठीक है जी, 8 ते 9 कितना है 17, ਇਹਦਾ मतलब ये 6 तो बड़ा है, दूसरी चीज भी ठीक होगी। तीसरा कर लो 9 जमा 6 कितना है 15, 9 जमा 6 15, ये 8 तो बड़ा है, ਇਹਦਾ मतलब तीसरी चीज भी सही हो गई। ਇਹਦਾ मतलब ਇਹ ਹੋਇਆ ਕਿ त्रिभुज ਦੀਆਂ ਕੋਈ ਦੋ ਭੁਜਾਵਾਂ ਦਾ ਜੋੜ, ਕੋਈ ਵੀ ਦੋ ਭੁਜਾਵਾਂ ਦਾ ਜੋੜ ਜਦੋਂ ਮੈਂ ਕੀਤਾ ਉਹ ਤੀਸਰੀ ਭੁਜਾ ਤੋਂ ਵੱਡਾ ਆ ਰਿਹਾ ਹੈ। ਇਸ ਤੋਂ ਭਾਵ ਇਹ ਹੋਇਆ ਕਿ ਇਹ ਜਿਹੜੀਆਂ ਤਿੰਨ ਹੈਗੀਆਂ ਨੇ ਇਹ ਕਿਸੇ ਵੀ त्रिभुज ਦੀਆਂ ਭੁਜਾਵਾਂ ਹੋ ਸਕਦੀਆਂ ਹਨ, ਠੀਕ ਹੈ ਜੀ। ਚਲੋ ਆਪਾਂ ਹੁਣ ਵਿਦਿਆਰਥੀਓ ਚੱਲਦੇ ਹਾਂ ਅਗਲੇ ਵੱਲ। ਅਗਲੇ ਦੇ ਵਿੱਚ ਆਪਾਂ ਇਦਾਂ ਦੀ ਹੀ ਇੱਕ ਹੋਰ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਉਹਦੇ ਵਿੱਚ ਮੈਂ ਕੀ ਕਰਾਂਗਾ ਵਿਦਿਆਰਥੀਓ, ਇੱਕ ਐਗਜ਼ਾਮਪਲ ਲਈ ਮੈਂ 2 3 ਤੇ 8 ਆ ਲੈ ਲਈ ਮੈਂ, ਠੀਕ ਹੈ ਜੀ। ਇਹਦੇ ਵਿੱਚ ਮੈਂ ਇਦਾਂ ਕਿਹਾ ਕਿ ਕੀ ਇਦਾਂ ਦੀ त्रिभुज ਜਿਹੜੀ ਕੀ ਬਣ ਸਕਦੀ ਹੈ ਜਿਹਦੀ ਇੱਕ ਭੁਜਾ 2 ਸੈਂਟੀਮੀਟਰ ਦੀ ਹੋਵੇ, ਦੂਜੀ 3 ਸੈਂਟੀਮੀਟਰ ਦੀ, ਤੀਜੀ 8 ਸੈਂਟੀਮੀਟਰ ਦੀ, ਠੀਕ ਹੈ ਜੀ। ਚੈੱਕ ਕਰਕੇ ਦੇਖਦੇ ਹਾਂ। मैं 2 जमा 3 किया, 2 जमा 3 बराबर कितना आया 5, लेकिन 5 तो 8 तो छोटा है, इसका मतलब ये गलत हो गया, ठीक है जी। 5 तो 8 तो छोटा है, इसका भाव की हो गया ये गलत हो गया। इसका मतलब ये एक त्रिभुज नहीं बना सकती तीन भुजावां मिलके, ठीक है। सो ए थ्योरम जिहड़ी हैगी आ ये मेरे वास्ते बड़ी इंपॉर्टेंट थ्योरम ते अच्छी थ्योरम है जिहड़ी मैनूं ये दसदी है कि त्रिभुज की फॉर्मेशन वास्ते की चीज जरूरी है, ठीक है जी। चलो आओ विद्यार्थियों चलते हाँ, असीं हुण एक दो सवाल करते हैं इहदे नाल जुड़े हुए ते उन्हां सवालों तो बाद जिहड़ा है आपां अपनी एक्सरसाइज नेक्स्ट एक्सरसाइज दे वल मूव करांगे, ठीक है जी। साडे कोल एक प्रश्न है, प्रश्न दे विच सानू किया गया है कि दिखाओ कि समकोण त्रिभुज विच कर्ण सब तो लंबी भुजा हुंदी है। लो विद्यार्थियों ਇਹਦੇ ਵਿੱਚ ਮੈਨੂੰ ਇਹ ਕਿਹਾ ਗਿਆ ਹੈ एक मैं जो है समकोण त्रिभुज बना लेना है। ਇਹਦੇ ਵਿੱਚ आ B कोण ले लेना जी, आ A है मेरे को, आ B ਤੇ आ C आ गया, ठीक है जी। ਮੈਨੂੰ ਇਹ ਕਹਿ ਰਿਹਾ ਕਿ ਦਿਖਾਓ ਕਿ समकोण त्रिभुज ਵਿੱਚ कर्ण ਜਿਹੜਾ ਹੈ ਸਭ ਤੋਂ ਲੰਬੀ ਭੁਜਾ ਹੁੰਦੀ ਹੈ, कर्ण ਸਭ ਤੋਂ ਲੰਬੀ ਭੁਜਾ ਹੁੰਦੀ ਹੈ, ठीक है जी। ਹੁਣ ਇਹ ਦੇਖੋ ਆ कर्ण आ गया जी, ਇਹ ਇਹਦੀ ਗੱਲ ਕਰ ਰਿਹਾ ਜੀ, ठीक है जी।
ਇਹਦੇ ਵਿੱਚ ਤੁਸੀਂ ਧਿਆਨ ਦਿਓ, ਇਹਦੇ ਵਿੱਚ ਮੈਂ ਨਾ ਇੱਕ ਜਿਹੜੀ ਤ੍ਰਿਭੁਜ ਦੀ ਸਭ ਤੋਂ ਬੇਸਿਕ ਪ੍ਰਾਪਰਟੀ ਹੁੰਦੀ ਆ ਮੈਂ ਉਹਦਾ ਇਸਤੇਮਾਲ ਕਰਾਂਗਾ। ਉਹ ਕੀ ਹੈ ਕਿ ਤ੍ਰਿਭੁਜ ਦੇ ਇਹਦੇ ਵਿੱਚ ਮੈਂ ਇਹਦਾ ਹੱਲ ਕਰਾਂਗਾ, ਠੀਕ ਹੈ ਜੀ। ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ, ਕੋਣ A ਜਮਾ ਕੋਣ B ਜਮਾ ਕੋਣ C ਬਰਾਬਰ ਕਿੰਨਾ ਆ ਜਾਂਦਾ ਜੀ 180 ਡਿਗਰੀ। ਤਿੰਨਾਂ ਕੋਣਾਂ ਦਾ ਜੋੜ ਕਿੰਨਾ ਆ ਗਿਆ ਜੀ 180 ਡਿਗਰੀ। ਕੋਣ B ਤਾਂ ਮੈਨੂੰ ਪਤਾ ਹੈ, ਇਹਦਾ ਮਤਲਬ ਕੋਣ A ਜਮਾ ਕੋਣ C ਬਰਾਬਰ 180 ਘਟਾਓ 90। ਕਿਉਂ? ਕਿਉਂਕਿ ਕੋਣ B 90 ਡਿਗਰੀ ਹੈ, ਠੀਕ ਹੈ ਜੀ। ਇਹਦਾ ਮਤਲਬ ਕੋਣ A ਜਮਾ ਕੋਣ C ਬਰਾबर 90 ਡਿਗਰੀ ਮੇਰੇ ਕੋਲ ਆ ਗਿਆ ਹੈ, ਠੀਕ ਹੈ ਵਿਦਿਆਰਥੀ। ਆਹ ਚੀਜ਼ ਮੇਰੇ ਕੋਲ ਜਿਹੜੀ ਆਈ ਹੈ ਇਹ ਮੇਰੇ ਵਾਸਤੇ ਬੜੀ ਇੰਪੋਰਟੈਂਟ ਚੀਜ਼ ਹੈ, ਠੀਕ ਹੈ। ਕੋਣ A ਜਮਾ ਕੋਣ C ਬਰਾबर ਕਿੰਨਾ ਆ ਗਿਆ ਮੇਰੇ ਕੋਲ 90 ਡਿਗਰੀ ਆ ਗਿਆ। ਇਸ ਤੋਂ ਭਾਵ ਇਹ ਹੈ ਕਿ ਇਹਨਾਂ ਦੋ ਕੋਣਾਂ ਦਾ ਜੋੜ 90 ਡਿਗਰੀ ਹੈ, ਇਹ ਇਕੱਲਾ ਕੋਣ 90 ਡਿਗਰੀ ਦਾ ਹੈ। ਹੁਣ ਇਦਾਂ ਤਾਂ ਹੋ ਨਹੀਂ ਸਕਦਾ ਕੋਈ ਕੋਣ 0 ਡਿਗਰੀ ਦਾ ਹੋ ਜਾਵੇ, ਠੀਕ ਹੈ ਜੀ। ਜੇਕਰ 0 ਡਿਗਰੀ ਦਾ ਹੈ ਤਾਂ ਮਤਲਬ ਕੋਣ ਬਣਿਆ ਹੀ ਨਹੀਂ। ਜੇ ਇਹ ਕੋਣ ਬਣੇ ਹਨ ਇਹਦਾ ਮਤਲਬ ਇਹ 0 ਡਿਗਰੀ ਤੋਂ ਵੱਡੇ ਹਨ, ਠੀਕ ਹੈ ਜੀ। ਇਹਦਾ ਮਤਲਬ ਇਹ ਹੋਇਆ ਕਿ ਕੋਣ A ਵੀ 90 ਡਿਗਰੀ ਤੋਂ ਛੋਟਾ ਹੈ ਤੇ ਕੋਣ C ਵੀ 90 ਡਿਗਰੀ ਤੋਂ ਛੋਟਾ ਹੈ। ਇਸ ਤੋਂ ਭਾਵ ਇਹ ਨਿਕਲਦਾ ਹੈ ਕਿ ਕੋਣ B ਸਭ ਤੋਂ ਵੱਡਾ ਕੋਣ ਹੈ, ਵੱਡਾ ਕੋਣ ਹੈ। ਇਹਦੇ ਵਿੱਚ ਮੈਂ ਲਿਖ ਦਿੰਦਾ ਤ੍ਰਿਭੁਜ ABC ਦੀ ਗੱਲ ਕਰ ਰਿਹਾ ਮੈਂ। ਤ੍ਰਿਭੁਜ ABC ਵਿੱਚ ਕੋਣ B ਸਭ ਤੋਂ ਵੱਡਾ ਕੋਣ ਹੈ। ਜੇਕਰ ਕੋਣ B ਸਭ ਤੋਂ ਵੱਡਾ ਕੋਣ ਹੈ ਤਾਂ ਇਸ ਤੋਂ ਭਾਵ ਕੀ ਨਿਕਲਿਆ ਵਿਦਿਆਰਥੀਓ ਕਿ AC ਸਭ ਤੋਂ ਵੱਡੀ ਭੁਜਾ ਹੈ। ਇਹਦਾ ਕਾਰਨ ਵਿਦਿਆਰਥੀਓ ਮੈਂ ਤੁਹਾਨੂੰ ਦੱਸਣਾ, ਲਿਖਣਾ ਤੁਸੀਂ ਆਪ ਹੈ। ਇਹਦਾ ਕਾਰਨ ਕੀ ਹੈ ਸੋਚੋ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਅੱਜ ਦੇ ਦਿਨ ਦੇ 3 ਥਿਊਰਮਾਂ ਕਰਾਈਆਂ, ਉਹਨਾਂ ਵਿੱਚੋਂ ਤੁਹਾਨੂੰ ਇੱਕ ਥਿਊਰਮ ਕਰਵਾਈ ਸੀ ਕਿ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ, ਠੀਕ ਹੈ। ਕਿਸੇ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੇ ਕੋਣ ਦੀ ਸਨਮੁਖ ਭੁਜਾ ਸਭ ਤੋਂ ਵੱਡੀ ਹੁੰਦੀ ਹੈ। ਸਭ ਤੋਂ ਵੱਡਾ ਕੋਣ ਕਿਹੜਾ B, ਠੀਕ ਹੈ ਜੀ। ਤੇ B ਦੀ ਸਨਮੁਖ ਭੁਜਾ ਕਿਹੜੀ ਹੋਏਗੀ AC, ਤੇ ਇਹਦਾ ਮਤਲਬ AC ਸਭ ਤੋਂ ਵੱਡਾ ਭੁਜਾ ਹੈ। ਤੇ AC ਕੀ ਹੈ ਜੀ? AC ਕੀ ਹੈ ਵਿਦਿਆਰਥੀਓ? AC ਕੀ ਹੈ ਸਾਡੇ ਕੋਲ ਕਰਨ। ਇਸ ਤੋਂ ਭਾਵ ਕੀ ਹੋਇਆ ਕਿ ਆ ਜਿਹੜਾ ਸਾਡੇ ਕੋਲ ਉਹਨੇ ਕਿਹਾ ਸੀ ਦਿਖਾਓ ਕਿ ਕਰਨ ਜਿਹੜਾ ਹੈ ਸਭ ਤੋਂ ਲੰਬੀ ਭੁਜਾ ਹੁੰਦੀ ਹੈ। ਮੇਰਾ ਸਵਾਲ ਸਹੀ ਹੋ ਗਿਆ, ਠੀਕ ਹੈ ਜੀ। ਮੈਂ ਇਹ ਕਹਿ ਦਿੱਤਾ ਕਿ AC ਸਭ ਤੋਂ ਲੰਬੀ ਭੁਜਾ ਹੈ ਤੇ AC ਕੀ ਸੀਗਾ ਸਾਡੇ ਕੋਲ ਕਰਨ ਸੀ। ਇਸ ਕਰਕੇ ਮੇਰਾ ਇਹ ਸਵਾਲ ਦਾ ਜਵਾਬ ਬਿਲਕੁਲ ਸਹੀ ਹੋ ਗਿਆ ਕਿ ਕਰਨ ਜਿਹੜਾ ਹੈਗਾ ਕਿਸੇ ਵੀ ਤ੍ਰਿਭੁਜ ਦੇ ਵਿੱਚ ਸਭ ਤੋਂ ਵੱਡੀ ਭੁਜਾ ਹੁੰਦੀ ਹੈ, ਠੀਕ ਹੈ ਵਿਦਿਆਰਥੀਓ। ਮੈਂ ਉਮੀਦ ਕਰਦਾ ਹਾਂ ਤੁਸੀਂ ਇਹਨੂੰ ਸਮਝਿਆ ਹੋਵੇਗਾ। ਆਓ ਵਿਦਿਆਰਥੀਓ ਚੱਲਦੇ ਹਾਂ ਆਪਣੇ ਅਗਲੇ ਪ੍ਰਸ਼ਨ ਵੱਲ। ਵਿਦਿਆਰਥੀਓ ਇੱਕ ਚੀਜ਼ ਤੁਸੀਂ ਜ਼ਰੂਰ ਨੋਟਿਸ ਕੀਤੀ ਹੋਏਗੀ ਕਿ ਜਿਵੇਂ ਜਿਵੇਂ ਅਸੀਂ ਕਿਸੇ ਚੀਜ਼ ਦੇ ਕਨਸੈਪਟ ਨੂੰ ਸਮਝ ਲੈਂਦੇ ਹਾਂ ਸਵਾਲ ਜਿਹੜੇ ਹਨ ਉਹ ਬਹੁਤ ਸੌਖੇ ਹੋ ਜਾਂਦੇ ਹਨ, ਠੀਕ ਹੈ ਵਿਦਿਆਰਥੀਓ। ਚਲੋ ਆਪਾਂ ਅਗਲਾ ਪ੍ਰਸ਼ਨ ਕਰਕੇ ਦੇਖਦੇ ਹਾਂ। ਅਗਲੇ ਪ੍ਰਸ਼ਨ ਦੇ ਵਿੱਚ ਵਿਦਿਆਰਥੀਓ ਸਾਡੇ ਕੋਲ ਦਿੱਤਾ ਹੋਇਆ ਹੈ ਜੀ ਚਿੱਤਰ ਵਿੱਚ, ਚਿੱਤਰ ਮੈਂ ਬਾਅਦ ਚ ਬਣਾਵਾਂਗਾ, ਪਹਿਲਾਂ ਆਪਾਂ ਪ੍ਰਸ਼ਨ ਲਿਖ ਲਈਏ। ਚਿੱਤਰ ਵਿੱਚ ਤ੍ਰਿਭੁਜ ABC ਦੀਆਂ ਭੁਜਾਵਾਂ, ਤ੍ਰਿਭੁਜ ABC ਦੀਆਂ ਭੁਜਾਵਾਂ ਦੇਖੋ ਜੀ, ਆਹ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC, AB ਅਤੇ AC ਨੂੰ ਕ੍ਰਮਵਾਰ ਬਿੰਦੂਆਂ P ਅਤੇ Q ਤੱਕ ਵਧਾਇਆ ਗਿਆ ਹੈ, ਤੱਕ ਵਧਾਇਆ ਗਿਆ ਹੈ, ਠੀਕ ਹੈ ਵਿਦਿਆਰਥੀਓ। ਇਹਨਾਂ ਨੂੰ ਵਧਾਇਆ ਗਿਆ ਹੈ ਤੱਕ ਤੇ ਨਾਲ ਹੀ ਹੋਰ ਕੀ ਦਿੱਤਾ ਹੈ, ਨਾਲ ਹੀ ਹੋਰ ਸਾਨੂੰ ਕੀ ਚੀਜ਼ ਦਿੱਤੀ ਗਈ ਹੈ ਵਿਦਿਆਰਥੀਓ? ਕੋਣ PBC ਵੱਡਾ ਹੈ, ਛੋਟਾ ਹੈ। ਕੋਣ PBC ਛੋਟਾ ਹੈ ਕੋਣ QCB ਦੇ, ਠੀਕ ਹੈ ਜੀ। ਤੇ ਦਿਖਾਓ, ਹੁਣ ਇਹ ਸਾਡੇ ਕੋਲ ਪ੍ਰਸ਼ਨ ਆਇਆ ਜੀ, ਉਹ ਕਹਿ ਰਿਹਾ ਕਿ ਦਿਖਾਓ ਕੀ ਸਿੱਧ ਕਰਨਾ ਜੀ ਅਸੀਂ ਜਾਂ ਕੀ ਦਿਖਾਣਾ ਹੈ ਜੀ ਅਸੀਂ ਦਿਖਾਉਣਾ ਹੈ ਕਿ AC ਵੱਡਾ ਹੈ AB ਦੇ, ਠੀਕ ਹੈ ਜੀ। ਆਹ ਦਿਖਾਣਾ ਜੀ, ਦਿਖਾਓ AC ਵੱਡਾ ਹੈ, AC AB ਤੋਂ ਵੱਡਾ ਹੈ। ਇਹ ਚੀਜ਼ ਅਸੀਂ ਜਿਹੜੀ ਹੈ ਉਹ ਸਿੱਧ ਕਰਨੀ ਹੈ। ਇੱਥੇ ਆਪਾਂ ਵਿਦਿਆਰਥੀਓ ਇੱਕ ਡਾਇਗਰਾਮ ਬਣਾ ਲੈਂਦੇ ਹਾਂ ਪਹਿਲਾਂ, ਠੀਕ ਹੈ ਜੀ। ਡਾਇਗਰਾਮ ਤੋਂ ਬਾਅਦ ਜਿਹੜਾ ਹੈ ਪਹੁੰਚ ਚੱਲਾਂਗੇ ਜੀ। ਆਹ ਆਪਣੇ ਕੋਲ A ਆ ਗਿਆ ਜੀ, ਆਹ ਆਪਣੇ ਕੋਲ ਤ੍ਰਿਭੁਜ ਦੇ ਵਿੱਚ B ਤੇ C, ਆਹ B ਲੈ ਲੈਣੇ ਆ ਜੀ, ਆਹ C ਲੈ ਲੈਣੇ ਆ ਜੀ। ਤੇ ਇਹਨਾਂ ਨੂੰ ਵਧਾਇਆ ਗਿਆ ਹੈ ਜੀ P ਅਤੇ Q ਤੱਕ, ਠੀਕ ਹੈ ਜੀ। ਉਹਦੇ ਵਿੱਚ ਉਹਨੇ ਕਿਹਾ ਸੀ PBC ਯਾਨੀ ਕਿ ਆਹ ਵਾਲੇ ਕੋਣ ਦੀ ਗੱਲ ਕਰ ਰਿਹਾ ਸੀ, ਛੋਟਾ ਹੈ QCB ਤੋਂ। ਆਹ ਵਾਲਾ ਕੋਣ ਇਸ ਕੋਣ ਤੋਂ ਛੋਟਾ ਹੈ, ਠੀਕ ਹੈ ਜੀ। ਇਸ ਨੂੰ ਆਪਾਂ ਨਾਮ ਕੀ ਕਰਦੇ ਹਾਂ ਵਿਦਿਆਰਥੀਓ? ਇਹਨੂੰ 1 ਨੰਬਰ ਦੇ ਦਿੰਦੇ, ਇਹਨੂੰ 2 ਨੰਬਰ ਦੇ ਦਿੰਦੇ ਆ। ਇਹਦੇ ਅੰਦਰੂਨੀ ਕੋਣਾਂ ਨੂੰ 3 ਅਤੇ
4 ਨੰਬਰ ਦੇ ਦਿੱਤੇ ਜਾਂਦੇ ਹਨ। ਜਿਵੇਂ ਕਿ ਮੈਂ ਆਪਣੇ ਪਿਛਲੇ ਲੈਕਚਰਸ ਦੇ ਵਿੱਚ ਵੀ ਵਿਦਿਆਰਥੀਓ ਗੱਲ ਕੀਤੀ ਹੈ ਕਿ ਸਾਡੇ ਵਾਸਤੇ ਬਹੁਤ ਈਜ਼ੀ ਯਾਨੀ ਕਿ ਬਹੁਤ ਸੌਖਾ ਹੋ ਜਾਂਦਾ ਹੈ ਜੇਕਰ ਅਸੀਂ ਨਾਮ ਰੱਖ ਲਈਏ ਕੋਣਾਂ ਦੇ ਤਾਂ। ਠੀਕ ਹੈ ਜੀ, ਸਵਾਲ ਨੂੰ ਹੱਲ ਕਰਨਾ ਜਿਹੜਾ ਹੈ ਬਹੁਤ ਆਸਾਨ ਜਿਹਾ ਹੋ ਜਾਂਦਾ ਹੈ ਬਾਰ-ਬਾਰ ਲਿਖਣ ਨਾਲ। ਠੀਕ ਹੈ, ਹੁਣ ਸਾਡੇ ਕੋਲ ਇਹਦਾ ਹੱਲ ਜਿਹੜਾ ਹੈ ਮੈਂ ਕਰ ਰਿਹਾ ਹਾਂ। ਇਹਦੇ ਹੱਲ ਦੇ ਵਿੱਚ ਕੀ ਹੋਏਗਾ ਵਿਦਿਆਰਥੀਓ, ਸਾਨੂੰ ਕੀ ਦਿੱਤਾ ਹੋਇਆ, ਉਸਨੇ ਸਾਨੂੰ ਕਿਹਾ ਕੋਣ 1 ਛੋਟਾ ਹੈ ਕੋਣ 2 ਤੋਂ। ਕੋਣ 1 ਕੋਣ 2 ਤੋਂ ਛੋਟਾ ਹੈ ਜੀ, ਮੈਂ ਇੱਧਰ ਲਾਈਨ ਲਗਾ ਦਿੰਦਾ ਹਲਕੀ ਜੀ ਪੈਦਲ ਦੇ ਪਾਸੇ ਕਰੇ। ਇਹ ਸਾਡੇ ਕੋਲ ਕੀ ਹੈ ਦਿੱਤਾ ਹੈ। ਠੀਕ ਹੈ ਜੀ, ਆਹ ਚੀਜ਼ ਸਾਨੂੰ ਦਿੱਤੀ ਹੋਈ ਹੈ। ਉਸ ਤੋਂ ਬਾਅਦ ਦੇਖਿਓ ਵਿਦਿਆਰਥੀਓ, ਕੋਣ 1 ਜਮਾ ਕੋਣ 3 ਬਰਾਬਰ 180 ਡਿਗਰੀ, ਕੋਣ 2 ਜਮਾ ਕੋਣ 4 ਬਰਾਬਰ 180 ਡਿਗਰੀ। ਇਹ ਦੋਵਾਂ ਦਾ ਇੱਕ ਹੀ ਕਾਰਨ ਹੈ, ਉਹ ਕੀ ਹੈ, ਰੇਖੀ ਜੋੜਾ। ਦੇਖੋ ਅਸੀਂ ਤਾਂ ਸਟਾਰਟਿੰਗ ਦੇ ਵਿੱਚ ਇਹ ਚੀਜ਼ ਪਹਿਲੇ ਛੋਟੀਆਂ ਜਮਾਤਾਂ 'ਚ ਪੜ੍ਹੀ ਹੋਈ ਹੈ ਤੇ ਵੈਸੇ ਵੀ ਅਸੀਂ ਇਹ ਚੀਜ਼ ਜਾਣਦੇ ਹਾਂ ਕਿ ਜੇਕਰ ਇੱਕ ਹੀ ਰੇਖਾ ਦੇ ਵਿੱਚ ਆਹ ਦੋ ਦੇਖੋ ਕੋਣ ਬਣੇ ਹੋਏ ਹਨ। ਠੀਕ ਹੈ ਜੀ, ਤੇ ਇਹ ਦੋਵਾਂ ਕੋਣਾਂ ਦਾ ਜੋੜ ਕਿੰਨਾ ਹੋਏਗਾ, 180 ਡਿਗਰੀ। ਸਿੱਧੀ ਰੇਖਾ ਦੇ ਉੱਤੇ ਬਣੇ ਹੋਏ ਕੋਣ ਆ ਦੋਨੋਂ। ਠੀਕ ਹੈ ਜੀ, ਇਹ 100 ਇਹਦਾ ਮਤਲਬ ਕੋਣ 1 ਜਮਾ ਕੋਣ 3 180 ਡਿਗਰੀ ਤੇ ਕੋਣ 2 ਜਮਾ ਕੋਣ 4 ਬਰਾਬਰ 180 ਡਿਗਰੀ। ਆਹ ਚੀਜ਼ ਆ ਗਈ। ਇਸ ਨੂੰ ਵਿਦਿਆਰਥੀਓ 1 ਨੰਬਰ ਦੇ ਲਓ, ਇਹਨੂੰ 2 ਨੰਬਰ ਦਾ ਨਾਮ ਦੇ ਲਓ, ਇਹਨੂੰ 3 ਨੰਬਰ ਦਾ ਦੇ ਲਓ। ਠੀਕ ਹੈ ਜੀ, 1 2 ਅਤੇ 3 ਤੋਂ ਸਾਨੂੰ ਕੀ ਮਿਲਦਾ ਵਿਦਿਆਰਥੀਓ, 1 2 ਅਤੇ 3 ਤੋਂ ਸਾਨੂੰ ਕੀ ਪ੍ਰਾਪਤ ਹੋਇਆ। ਇੱਥੇ ਚੀਜ਼ ਨੂੰ ਸਮਝਿਓ, ਦੇਖੋ 180 180 ਦੇ ਬਰਾਬਰ ਹੈ। ਆ ਤਾਂ ਕਲੀਅਰ ਹੈ, 180 180 ਦੇ ਬਰਾਬਰ ਹੈ। ਕੋਣ 1 ਕੋਣ 2 ਤੋਂ ਛੋਟਾ ਹੈ। ਦੇਖੋ ਇਹ ਚੀਜ਼ ਬਰਾਬਰ ਹੋਗੀ, ਇਹਦਾ ਮਤਲਬ ਇਹਨਾਂ ਦੋਨਾਂ ਦਾ ਸੰਬੰਧ ਦੇਖਣਾ। ਇਹ ਚੀਜ਼ ਤਦ ਹੀ ਬਰਾਬਰ ਹੋ ਸਕਦੀ ਹੈ ਕੋਣ 1 ਕੋਣ 2 ਤੋਂ ਛੋਟਾ ਹੈ। ਠੀਕ ਹੈ ਜੀ, ਜੇਕਰ ਕੋਣ 3 ਕੋਣ 4 ਤੋਂ ਵੱਡਾ ਹੋਏਗਾ ਤभी ਗੱਲ ਬਣੇਗੀ, ਨਹੀਂ ਤਾਂ ਉਹ ਤਾਂ ਛੋਟਾ ਵੱਡਾ ਹੋ ਜਾਏਗਾ ਪੂਰਾ। ਠੀਕ ਹੈ ਜੀ, ਇੱਕ ਪਾਸੇ ਚੀਜ਼ ਘੱਟ ਹੈ ਦੂਜੇ ਪਾਸੇ ਵਧੇ ਤभी ਬੈਲੈਂਸ ਹੋਏਗਾ ਨਾ। ਠੀਕ ਹੈ ਜੀ, ਜੇ ਆ ਛੋਟੀ ਹੈ ਤੇ ਇਹਨੂੰ ਵੱਧ ਉੱਪਰ ਜਾਣਾ ਪੈਣਾ ਹੈ। 1 2 ਤੇ 3 ਤੋਂ ਸਾਨੂੰ ਕੀ ਮਿਲਦਾ ਹੈ, ਸਾਨੂੰ ਮਿਲਦਾ ਹੈ ਕੋਣ 3 ਵੱਡਾ ਹੈ ਕੋਣ 4 ਤੋਂ। ਕੋਣ 3 ਕਿਸ ਤੋਂ ਵੱਡਾ ਹੈ, ਕੋਣ 4 ਤੋਂ। ਜੇਕਰ ਕੋਣ 3 ਕੋਣ 4 ਤੋਂ ਵੱਡਾ ਹੋ ਗਿਆ ਤਾਂ ਇਸ ਤੋਂ ਭਾਵ ਕੀ ਨਿਕਲਦਾ ਹੈ ਵਿਦਿਆਰਥੀਓ, AC ਵੱਡਾ ਹੈ। ਦੇਖੋ ਕੋਣ 3 ਦੇ ਸਨਮੁਖ ਭੁਜਾ ਕਿਹੜੀ ਹੈ, AC, ਤੇ ਕੋਣ 4 ਦੇ ਸਨਮੁਖ ਭੁਜਾ ਕਿਹੜੀ ਹੈ, AB, ਵੱਡਾ ਹੈ AB ਦੇ। ਤੇ ਇਹੀ ਸਾਡਾ ਕੁਐਸਚਨ ਸੀ, AC ਵੱਡਾ ਹੈ AB ਦੇ। ਤੇ ਇਹਦਾ ਕਾਰਨ ਲਿਖਣਾ ਨਹੀਂ ਭੁੱਲਣਾ। ਇਹਦਾ ਕਾਰਨ ਜਿਹੜਾ ਹੈ ਵਿਦਿਆਰਥੀਓ ਤੁਸੀਂ ਆਪ ਲਿਖਣਾ ਹੈ, ਜੋ ਕਿ ਮੈਂ ਤੁਹਾਨੂੰ ਹੁਣੀ ਦੱਸ ਰਿਹਾ ਹਾਂ। ਉਹ ਕੀ ਹੈ ਕਿ ਵੱਡੇ ਕੋਣ ਦੇ ਸਨਮੁਖ ਭੁਜਾ ਵੱਡੀ ਹੁੰਦੀ ਹੈ ਤੇ ਛੋਟੇ ਕੋਣ ਦੇ ਸਨਮੁਖ ਭੁਜਾ ਛੋਟੀ ਹੁੰਦੀ ਹੈ। ਸਾਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਕੋਣ 3 ਕੋਣ 4 ਤੋਂ ਵੱਡਾ ਹੈ, ਇਸ ਲਈ AC AB ਤੋਂ ਵੱਡੀ ਹੋਏਗੀ। ਠੀਕ ਹੈ ਜੀ, ਸੋ ਆ ਸਾਡੇ ਕੋਲ ਵਿਦਿਆਰਥੀਓ ਕੁਐਸਚਨ ਸੀ। ਦੇਖਣ ਨੂੰ ਥੋੜਾ ਟਫ ਲੱਗਦਾ ਸੀਗਾ, ਲੇਕਿਨ ਜਦੋਂ ਅਸੀਂ ਇਸ ਨੂੰ ਲੜੀਵਾਰ ਤਰੀਕੇ ਦੇ ਨਾਲ ਕਰਨਾ ਸ਼ੁਰੂ ਕੀਤਾ ਤਾਂ ਮੇਰੇ ਖਿਆਲ ਨਾਲ ਕੁਐਸਚਨ ਦੇ ਵਿੱਚ ਸਾਨੂੰ ਕਿਤੇ ਵੀ ਕੋਈ ਦਿੱਕਤ ਨਹੀਂ ਹੈ। ਸੋ ਮੈਂ ਫਿਰ ਇੱਕ ਵਾਰੀ ਵਿਦਿਆਰਥੀਓ ਦੱਸ ਦਿੰਦਾ ਹਾਂ, ਇਹਦੇ ਵਿੱਚ ਸਾਡੇ ਕੋਲ ਕੀ ਸੀ, AC, ਇਹਦੇ ਵਿੱਚ ਉਹਨੇ ਕਿਹਾ ਸੀ ਚਿੱਤਰ ਵਿੱਚ ਤ੍ਰਿਭੁਜ ABC ਦੀਆਂ ਭੁਜਾਵਾਂ AB ਅਤੇ AC ਨੂੰ P ਅਤੇ Q ਕਰਮ ਤੱਕ ਵਧਾਇਆ ਗਿਆ ਹੈ। ਠੀਕ ਹੈ ਜੀ, ਵਧਾਇਆ ਗਿਆ ਹੈ। ਠੀਕ ਹੈ ਜੀ, ਨਾਲ ਹੀ ਕੋਣ PBC ਛੋਟਾ ਹੈ ਕੋਣ QCB ਤੋਂ। ਠੀਕ ਹੈ ਜੀ, ਦਿਖਾਓ ਕਿ AC ਵੱਡੀ ਹੈ AB ਤੋਂ। ਇਹਦੇ ਵਿੱਚ ਮੇਰੇ ਕੋਲ 3 ਚੀਜ਼ਾਂ ਸੀਗੀਆਂ। ਪਹਿਲੀ ਚੀਜ਼ ਤੁਹਾਨੂੰ ਦਿੱਤੀ ਹੋਈ ਸੀ ਕਿ ਕੋਣ 1 ਕੋਣ 2 ਤੋਂ ਛੋਟਾ ਹੈ। ਦੂਸਰੀ ਚੀਜ਼ ਆ ਦੋਵੇਂ ਰੇਖੀ ਜੋੜੇ ਹਨ, ਕੋਣ 1 ਤੇ ਕੋਣ 3 ਦਾ ਜੋੜ 180 ਡਿਗਰੀ, ਕੋਣ 2 ਤੇ ਕੋਣ 4 ਦਾ ਜੋੜ 180 ਡਿਗਰੀ ਰੇਖੀ ਜੋੜੇ ਹਨ। ਤੇ ਇਹਨਾਂ 1 2 ਤੇ 3 ਦਾ ਮੈਂ ਆਪਸ ਦੇ ਵਿੱਚ ਕੀ ਸੰਬੰਧ ਕੱਢਿਆ ਸੀ, ਇਹ ਤਿੰਨੋਂ ਤਦ ਹੀ ਬਰਾਬਰ ਹੋ ਸਕਦੇ ਹਨ ਜੇਕਰ 180 180 ਦੇ ਬਰਾਬਰ ਕਰਨਾ ਨਾ ਮੈਂ, ਇਹ ਤਦ ਹੀ ਬਰਾਬਰ ਹੋਊਗੇ। ਇੱਕ ਜਿਹੜਾ 2 ਤੋਂ ਛੋਟਾ ਹੈ ਇਹ ਤਦ ਬਰਾਬਰ ਹੋ ਸਕਦਾ ਜੇਕਰ 3 4 ਤੋਂ ਵੱਡਾ ਹੋਏਗਾ। ਠੀਕ ਹੈ ਜੀ, ਇਹੀ ਚੀਜ਼ ਨੂੰ ਮੈਂ ਇੱਥੇ ਲਿਖਤਾ ਕਿ 1 2 ਤੇ 3 ਤੋਂ ਸਾਨੂੰ ਕੀ ਪਤਾ ਲੱਗਾ ਕਿ 3 4 ਤੋਂ ਵੱਡਾ ਹੈ, ਚਾਹੇ ਉਹ 1 ਡਿਗਰੀ ਵੱਡਾ ਹੋਵੇ ਲੇਕਿਨ ਵੱਡਾ ਤਾਂ ਵੱਡਾ ਹੀ ਹੈ। ਠੀਕ ਹੈ ਜੀ, ਹੁਣ 3 4 ਤੋਂ ਵੱਡਾ ਹੋ ਗਿਆ ਕੋਣ 3 ਕੋਣ 4 ਤੋਂ, ਤੇ ਕੋਣ 3 ਦੇ ਸਨਮੁਖ ਭੁਜਾ ਕਿਹੜੀ ਹੈ, AC, ਕੋਣ 4 ਦੇ ਸਨਮੁਖ ਭੁਜਾ ਕਿਹੜੀ ਹੈ, AB। ਇਹਦਾ ਭਾਵ ਇਹ ਹੋ ਗਿਆ ਕਿ AC ਜਿਹੜਾ ਹੈਗਾ ਉਹ AB ਤੋਂ ਵੱਡਾ ਹੋ ਗਿਆ। ਠੀਕ ਹੈ ਵਿਦਿਆਰਥੀਓ, ਮੈਂ ਉਮੀਦ ਕਰਦਾ ਵਿਦਿਆਰਥੀਓ ਤੁਹਾਨੂੰ ਅੱਜ ਦੇ ਲੈਕਚਰ ਦੇ ਵਿੱਚ ਜਿਹੜਾ ਥਿਓਰੈਟੀਕਲ ਪਾਰਟ ਥੋੜਾ ਜ਼ਿਆਦਾ ਰਿਹਾ ਸਾਡਾ ਥਿਊਰਮਸ ਨੂੰ ਸਮਝਣ ਦਾ, ਉਹ ਤੁਸੀਂ ਸਮਝੀਆਂ ਹੋਣਗੀਆਂ ਤੇ ਉਹਦੇ ਨਾਲ ਜੁੜੇ ਹੋਏ ਜਿਹੜੇ ਸਮਸ ਹੈਗੇ ਨੇ ਇਹ ਤੁਸੀਂ ਸਮਝੇ ਵੀ ਹੋਣਗੇ ਤੇ ਕਿਤੇ ਵੀ ਹੋਣਗੇ। ਮੈਂ ਉਮੀਦ ਕਰਦਾ ਤੁਸੀਂ ਇਸ ਲੋਕਡਾਊਨ ਦੇ ਪੀਰੀਅਡ ਟਾਈਮ ਦੇ ਵਿੱਚ ਆਪਣੀ ਪੜ੍ਹਾਈ ਨੂੰ ਜਿਹੜਾ ਹੈ ਜਾਰੀ ਰੱਖੋਗੇ। ਉਮੀਦ ਕਰਦਾ ਹਾਂ ਲੈਕਚਰ ਸਮਝ ਆਇਆ ਹੋਵੇਗਾ। ਧੰਨਵਾਦ ਵਿਦਿਆਰਥੀਓ।